ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੇ ਹਮ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਭੁੱਖ ਹੜਤਾਲ ਤੇ ਬੈਠੇ ਸੁਖਪਾਲ ਖਹਿਰਾ ਬੇਟੇ ਦੇ ਆਰੋਪ ਚੰਡੀਗੜ੍ਹ ਪੁਲਿਸ ਦੇ ਅਫਸਰ ਨੇ ਕੜਾ ਉਤਾਰਨ ਨੂੰ ਕਿਹਾ। ਸ਼ਹਿਰ ਦਾ ਪਹਿਲਾ ਬਰਡ ਪਾਰਕ ਹੋ ਚੁੱਕਿਆ ਹੈ ਤਿਆਰ, ਮੰਗਲਵਾਰ ਨੂੰ ਹੋਵੇਗਾ ਉਦਘਾਟਨ। ਅਤੇ ਪੁਲਿਸ ਕਰਮੀ ਦੇ ਬੇਟੇ ਨੇ ਜਿੱਤਿਆ ਖਿਤਾਬ, ਗਲੋਬਲ ਮਿਸਟਰ ਪੰਜਾਬ ਬਾਲੀਵੁੱਡ ਇੰਡੀਆ 2021 ਬਣਿਆ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੁਖਪਾਲ ਸਿੰਘ ਖਹਿਰਾ ਦੀ, ਜਿਨ੍ਹਾਂ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਸੀ। ਤੇ ਤੁਹਾਨੂੰ ਦੱਸ ਦਈਏ ਕਿ ਹੁਣ ਸੁਖਪਾਲ ਖਹਿਰਾ ਭੁੱਖ ਹੜਤਾਲ ਤੇ ਬੈਠ ਚੁੱਕੇ ਨੇ। ਤੇ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਸੁਖਪਾਲ ਸਿੰਘ ਖਹਿਰਾ ਦੇ ਬੇਟੇ ਨੇ ਚੰਡੀਗੜ੍ਹ ਪੁਲਿਸ ਤੇ ਕਈ ਤਰ੍ਹਾਂ ਦੇ ਆਰੋਪ ਲਗਾਏ ਨੇ। ਈਡੀ ਦੇ ਰਿਮਾਂਡ ਤੇ ਚੱਲ ਰਹੇ ਕਾਂਗਰਸ ਨੇਤਾ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਭੁੱਖ ਹੜਤਾਲ ਤੇ ਬੈਠ ਗਏ ਨੇ। ਉਹਨਾਂ ਦਾ ਆਰੋਪ ਹੈ ਕਿ ਚੰਡੀਗੜ੍ਹ ਪੁਲਿਸ ਉਹਨਾਂ ਦੇ ਨਾਲ ਅਣਮਨੁੱਖੀ ਵਤੀਰਾ ਕਰ ਰਹੀ ਹੈ। ਉਹਨਾਂ ਤੋਂ ਜ਼ਬਰਦਸਤੀ ਕੜੇ ਉਤਾਰਨ ਨੂੰ ਕਿਹਾ ਜਾ ਰਿਹਾ ਹੈ। ਉਹਨਾਂ ਦੇ ਸਿੱਖ ਧਰਮ ਤੇ ਹਮਲਾ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿੱਚ ਖਹਿਰਾ ਦੇ ਬੇਟੇ ਮਹਿਤਾਬ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਜਾਣਕਾਰੀ ਦਿੱਤੀ ਹੈ। ਖਹਿਰਾ ਨੇ ਕਿਹਾ ਹੈ ਕਿ ਜਦ ਤੱਕ ਆਰੋਪੀ ਪੁਲਿਸ ਕਰਮੀਆਂ ਤੇ ਕਾਰਵਾਈ ਨਹੀਂ ਹੁੰਦੀ, ਖਹਿਰਾ ਭੁੱਖ ਹੜਤਾਲ ਖਤਮ ਨਹੀਂ ਕਰਨਗੇ। ਮਹਿਤਾਬ ਖਹਿਰਾ ਨੇ ਕਿਹਾ ਹੈ ਕਿ ਈਡੀ ਦੇ ਰਿਮਾਂਡ ਵਿੱਚ ਉਹਨਾਂ ਦੀ ਸਿੱਖੀ ਤੇ ਹਮਲਾ ਕੀਤਾ ਜਾ ਰਿਹਾ ਹੈ। ਇੱਕ ਪੁਲਿਸ ਅਫਸਰ ਪਾਂਡੇ ਨੇ ਉਹਨਾਂ ਨੂੰ ਆਪਣਾ ਕੜਾ ਉਤਾਰਨ ਨੂੰ ਕਿਹਾ ਹੈ, ਜੋ ਸਾਡੇ ਗੁਰੂਆਂ ਦੀ ਨਿਸ਼ਾਨੀ ਹੈ। ਮੇਰੇ ਪਿਤਾ ਖਹਿਰਾ ਦੇ ਕਿਸੇ ਵੀ ਨੁਕਸਾਨ ਦੇ ਲਈ ਚੰਡੀਗੜ੍ਹ ਪੁਲਿਸ ਅਤੇ ਉਹਨਾਂ ਦੇ ਅਫਸਰ ਜ਼ਿੰਮੇਵਾਰ ਹੋਣਗੇ। ਜਦ ਤੱਕ ਬੁਨਿਆਦੀ ਅਧਿਕਾਰਾਂ ਤੇ ਡਾਕਾ ਮਾਰਨ ਵਾਲਿਆਂ ਨੂੰ ਸਜ਼ਾ ਨਹੀਂ ਮਿਲਦੀ, ਉਹਨਾਂ ਦੀ ਭੁੱਖ ਹੜਤਾਲ ਨਿਰੰਤਰ ਜਾਰੀ ਰਹੇਗੀ। ਉਹਦੇ ਚੰਡੀਗੜ੍ਹ ਦੇ ਵਿੱਚ ਪਹਿਲਾ ਬਰਡ ਪਾਰਕ ਬਣ ਕੇ ਤਿਆਰ ਹੋ ਚੁੱਕਿਆ ਹੈ, ਯਾਨੀ ਕਿ ਉਸ ਨੂੰ ਦੇਖਿਆ ਜਾ ਸਕਦਾ ਹੈ। ਪਰ ਦੇਖਣ ਦੇ ਲਈ ਥੋੜਾ ਜਿਹਾ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ ਮੰਗਲਵਾਰ ਨੂੰ ਹੋਵੇਗਾ ਇਸ ਦਾ ਉਦਘਾਟਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਪਤਨੀ ਵੱਲੋਂ ਇਸ ਦਾ ਉਦਘਾਟਨ ਮੰਗਲਵਾਰ ਦੁਪਹਿਰ ਨੂੰ ਕੀਤਾ ਜਾਵੇਗਾ। ਸ਼ਹਿਰ ਦਾ ਪਹਿਲਾ ਬਰਡ ਪਾਰਕ ਤਿਆਰ ਹੋ ਚੁੱਕਿਆ ਹੈ। ਮੰਗਲਵਾਰ ਨੂੰ ਦੁਪਹਿਰ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਪਤਨੀ ਸਵਿਤਾ ਕੋਵਿੰਦ ਵੱਲੋਂ ਪਾਰਕ ਦਾ ਉਦਘਾਟਨ ਕੀਤਾ ਜਾਵੇਗਾ, ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ। ਬੁੱਧਵਾਰ ਤੋਂ ਇਸ ਪਾਰਕ ਨੂੰ ਪਬਲਿਕ ਲਈ ਖੋਲ੍ਹ ਦਿੱਤਾ ਜਾਵੇਗਾ ਤੇ ਇੱਥੇ ਇੱਕ ਸਮੇਂ ਲੋਕਾਂ ਦੀ ਭੀੜ ਨਾ ਹੋਵੇ, ਇਸ ਲਈ ਸਲਾਟ ਵਾਈਜ਼ ਲੋਕਾਂ ਨੂੰ ਐਂਟਰੀ ਦਿੱਤੀ ਜਾਵੇਗੀ। ਇੱਥੇ ਇੱਕ ਐਕੁਐਟਿਕ ਵਰਲਡ ਐਵੇਅਰੀ ਹੈ ਤੇ ਇੱਥੇ ਪਾਣੀ ਅਤੇ ਜ਼ਮੀਨ ਉੱਤੇ ਰਹਿਣ ਵਾਲੇ ਪੰਛੀ ਵੇਖੇ ਜਾ ਸਕਣਗੇ। ਇੱਥੇ ਝਰਨੇ ਬਣਾਏ ਗਏ ਨੇ, ਨਾਲ ਹੀ ਛੋਟੇ-ਛੋਟੇ ਲੱਕੜੀ ਅਤੇ ਸ਼ੀਸ਼ੇ ਦੇ ਪੁਲ ਵੀ ਬਣਾਏ ਗਏ ਨੇ। ਦੂਜੇ ਪਾਸੇ ਟੈਰੇਸਟਰੀਅਲ ਐਵੇਅਰੀ ਹੈ, ਇੱਥੇ ਸਾਰੇ ਦੂਸਰੇ ਪੰਛੀ ਨੇ ਤੇ ਇਸ ਤੋਂ ਇਲਾਵਾ ਦੋ ਛੋਟੀਆਂ ਐਵੇਅਰੀ ਨੇ ਜਿੱਥੇ ਛੋਟੇ ਪੰਛੀ ਤੁਸੀਂ ਵੇਖ ਸਕੋਗੇ। ਅਫਰੀਕਨ ਲਵ ਬਰਡਸ ਤੋਂ ਲੈ ਕੇ ਇੱਥੇ ਅਮਰੀਕਾ ਦੇ ਐਗਜ਼ੋਟਿਕ ਬਰਡਸ ਵੇਖੇ ਜਾ ਸਕਣਗੇ ਤੇ ਤੁਹਾਨੂੰ ਅਫਰੀਕਨ ਲਵ ਬਰਡਸ ਤੋਂ ਲੈ ਕੇ ਆਸਟ੍ਰੇਲੀਆ ਦੇ ਵਿੱਚ ਪਾਏ ਜਾਣ ਵਾਲੇ ਬਰਡਸ ਵੀ ਵਿਖਾਈ ਦੇਣਗੇ। ਤੁਹਾਨੂੰ ਦੱਸ ਦਈਏ ਕਿ ਸੁਖਨਾ ਝੀਲ ਅਤੇ ਰੌਕ ਗਾਰਡਨ ਦੇ ਵਿਚਕਾਰ ਇਹ ਵਰਲਡ ਪਾਰਕ ਬਣਾਇਆ ਗਿਆ ਹੈ ਤੇ ਲੇਕ ਪਾਰਕਿੰਗ ਏਰੀਆ ਦੇ ਨਾਲ ਅੰਦਰ ਵੱਲ ਨੂੰ ਸੜਕ ਮੁੜਦੀ ਹੈ ਤੇ ਅੰਦਰ ਲੇਕ ਕਲੱਬ ਦੇ ਵਿੱਚ ਜਿੱਥੇ ਹਾਰਸ ਰਾਈਡਿੰਗ ਹੁੰਦੀ ਸੀ, ਇਹ ਜਗ੍ਹਾ ਉਸ ਵੱਲ ਹੈ ਤੇ ਇਹ ਜਗ੍ਹਾ ਪਹਿਲਾਂ ਸਮ੍ਰਿਤੀ ਉਪਵਨ ਦੇ ਨਾਮ ਨਾਲ ਜਾਣੀ ਜਾਂਦੀ ਸੀ ਤੇ ਫਿਰ ਇਸ ਨੂੰ ਸਿਟੀ फॉरेस्ट ਦਾ ਨਾਮ ਦਿੱਤਾ ਗਿਆ। चंडीगढ़ के पहले बर्ड पार्क का कल उद्घाटन होने जा रहा है। खुद राष्ट्रपति, उनकी धर्मपत्नी इसका उद्घाटन करेंगी। ये बर्ड पार्क आप देख सकते हैं, चंडीगढ़ में सुखना लेक और रॉक गार्डन के बीच इस बर्ड पार्क को बनाया गया है। काफ़ी खूबसूरती से इसको बनाया गया है। पिछले काफ़ी समय से वन विभाग की पूरी टीम इसको लगी हुई थी। अभी वन विभाग के निदेशक देवेंद्र दलाई भी यहाँ पर दौरा करके गए हैं, क्योंकि कल राष्ट्रपति का यहाँ पर दौरा है और कल इसका विधिवत उद्घाटन भी किया जाएगा। इस बर्ड पार्क की खासियत ये है कि इसमें 1500 से ज़्यादा माइग्रेटरी बर्ड्स होंगे। आपको जो बर्ड्स, माइग्रेटरी बर्ड्स हमेशा सर्दियों के दिनों में आना होता था, उनकी एक वैरायटी आपको देखने को मिलेगी। और ख़ास तौर पर ये सब माइग्रेटरी बर्ड्स विदेशों के हैं। अगर हम इसकी बात करें, अभी कल इसका उद्घाटन होगा, उसके बाद परसों बुधवार को इसको आम पब्लिक के लिए खोल दिया जाएगा। अब तक हम चंडीगढ़ में बात करें तो कोई भी इस तरह का पार्क नहीं था। काफ़ी जद्दोजहद के बाद वन विभाग की टीम की ओर से इसको बनाया गया, प्रशासन के अधिकारियों की ओर से। और जो इस बर्ड पार्क को बनाया गया है, अब आम जो चंडीगढ़ की जनता है वो भी इस बर्ड पार्क को बुधवार से देख सकेंगे। कैमरामैन अमित के साथ भगवत सिंह, पंजाब केसरी टीवी, चंडीगढ़। ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ। ਅਜਿਹਾ ਹੀ ਕਰ ਦਿਖਾਇਆ ਇੱਕ ਚੰਡੀਗੜ੍ਹ ਪੁਲਿਸ ਮੁਲਾਜ਼ਮ ਦੇ ਬੇਟੇ ਨੇ, ਜਿਨ੍ਹਾਂ ਨੂੰ ਪੂਰੀ ਦੁਨੀਆ ਦੇ ਵਿੱਚ ਮਾਣ ਹਾਸਲ ਹੋਇਆ ਹੈ। ਗਲੋਬਲ ਮਿਸਟਰ ਪੰਜਾਬ ਬਾਲੀਵੁੱਡ 2021 ਦਾ ਖਿਤਾਬ ਉਹਨਾਂ ਨੇ ਆਪਣੇ ਨਾਮ ਦਰਜ ਕਰਵਾ ਲਿਆ ਹੈ।
ਸਿਆਣਿਆਂ ਨੇ ਕਿਹਾ ਹੈ ਕਿ ਜੇ ਕੁਝ ਕਰਨ ਦੀ ਮਨ ਵਿੱਚ ਲਗਨ ਹੋਵੇ ਤਾਂ ਕਾਮਯਾਬੀ ਆਪਣੇ ਆਪ ਤੁਹਾਡੇ ਕਦਮ ਚੁੰਮ ਲੈਂਦੀ ਹੈ। ਅਜਿਹਾ ਹੀ ਕਰ ਦਿਖਾਇਆ ਹੈ ਚੰਡੀਗੜ੍ਹ ਪੁਲਿਸ ਦੇ ਵਿੱਚ ਤਾਇਨਾਤ ਸੀਨੀਅਰ ਕਾਂਸਟੇਬਲ ਦੇ ਬੇਟੇ ਕੁਸ਼ ਮਲਿਕ ਨੇ। 11 ਨਵੰਬਰ 2021 ਨੂੰ ਨਵੀਂ ਦਿੱਲੀ ਵਿੱਚ ਕਰਵਾਏ ਗਏ ਮਿਸਟਰ ਐਂਡ ਮਿਸ ਬਾਲੀਵੁੱਡ ਮੁਕਾਬਲੇ ਵਿੱਚ ਚੰਡੀਗੜ੍ਹ ਅਤੇ ਪੰਜਾਬ ਦੀ ਅਗਵਾਈ ਕੁਸ਼ ਮਲਿਕ ਨੇ ਕੀਤੀ ਅਤੇ ਮਿਸਟਰ ਬਾਲੀਵੁੱਡ ਪੰਜਾਬ 2021 ਦਾ ਖਿਤਾਬ ਆਪਣੇ ਨਾਮ ਕੀਤਾ ਅਤੇ ਚੰਡੀਗੜ੍ਹ ਪੁਲਿਸ ਦਾ ਵੀ ਨਾਮ ਰੋਸ਼ਨ ਕੀਤਾ। 23 ਸਾਲਾ ਕੁਸ਼ ਮਲਿਕ ਨੇ ਆਪਣੇ ਬਾਰੇ ਦੱਸਦਿਆਂ ਹੋਇਆਂ ਕਿਹਾ ਕਿ ਉਹਨਾਂ ਦੇ ਪਿਤਾ ਚੰਡੀਗੜ੍ਹ ਦੇ ਸੈਕਟਰ 3 ਦੇ ਥਾਣੇ ਦੇ ਵਿੱਚ ਆਉਣ ਵਾਲੇ ਹਾਈ ਕੋਰਟ ਪੁਲਿਸ ਚੌਕੀ ਵਿੱਚ ਬਤੌਰ ਮੁਨਸ਼ੀ ਤਾਇਨਾਤ ਨੇ ਤੇ ਉਹ ਗਵਰਨਮੈਂਟ ਕਾਲਜ ਸੈਕਟਰ 11 ਦੇ ਵਿੱਚ BSc ਨਾਨ ਮੈਡੀਕਲ ਨਾਲ ਪੜ੍ਹ ਰਿਹਾ ਹੈ। ਇਸ ਤੋਂ ਪਹਿਲਾਂ 2018 ਦੇ ਵਿੱਚ ਉਹ ਚੰਡੀਗੜ੍ਹ ਅਤੇ ਪੰਜਾਬ ਦੀ ਅਗਵਾਈ ਕਰਦੇ ਹੋਏ 26 ਜਨਵਰੀ ਦੀ ਪਰੇਡ ਦੇ ਵਿੱਚ ਪ੍ਰਧਾਨ ਮੰਤਰੀ ਨੂੰ NCC ਗਾਰਡ ਆਫ ਆਨਰ ਵੀ ਦੇ ਚੁੱਕਿਆ ਹੈ ਅਤੇ 2013 ਦੇ ਵਿੱਚ ਉਸਨੇ ਨੈਸ਼ਨਲ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਮੁਕਾਬਲੇ 'ਚ ਚੰਡੀਗੜ੍ਹ ਦੀ ਅਗਵਾਈ ਕੀਤੀ ਸੀ। सफलता दिन प्रतिदिन दोहराए गए सभी छोटे प्रयासों का योग है। नमस्कार, मेरा नाम कुश मलिक है। मैं 23 साल का हूँ। मेरे पिता चंडीगढ़ पुलिस में है। मैंने 11 नवंबर 2021 को नई दिल्ली में आयोजित मिस्टर एंड मिस बॉलीवुड के ग्रैंड फिनाले में चंडीगढ़ और पंजाब की तरफ से हिस्सा लिया, जिसमें मैंने ग्लोबल मिस्टर पंजाब बॉलीवुड इंडिया 2021 का खिताब जीता। मैंने 2018 में गणतंत्र दिवस पर प्रधानमंत्री के सम्मान गार्ड में चंडीगढ़ और पंजाब की तरफ से हिस्सा लिया था। मैंने 2013 में हरिद्वार में आयोजित नेशनल जूनियर एथलेटिक्स चैंपियनशिप में चंडीगढ़ की तरफ से भाग लिया था। मैं इन सभी कामयाबी को श्रेय अपने माता पिता व चंडीगढ़ और पंजाब के लोगों को देना चाहता हूँ, जिन्होंने मुझे हमेशा प्रेरणा दी और मेरा हमेशा समर्थन किया। धन्यवाद। वाहिगुरू जी का खालसा, वाहिगुरू जी की फतेह। ਕੁਸ਼ ਮਲਿਕ ਨੇ ਆਪਣੀਆਂ ਸਾਰੀਆਂ ਸਫਲਤਾਵਾਂ ਦਾ ਸਿਹਰਾ ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਚੰਡੀਗੜ੍ਹ ਪੰਜਾਬ ਦੇ ਸਾਰੇ ਲੋਕਾਂ ਨੂੰ ਦਿੱਤਾ, ਜਿਨ੍ਹਾਂ ਨੇ ਉਸ ਨੂੰ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਸਮਰਥਨ ਦਿੱਤਾ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਉਧਰ ਚੰਡੀਗੜ੍ਹ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਚੰਡੀਗੜ੍ਹ ਦੇ ਵਿੱਚ ਇੱਕ ਹੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿੱਥੇ 1 ਮਿੰਟ ਦੇ ਵਿੱਚ ਮਹਿਜ਼ ਚੋਰ ਬਾਈਕ ਚੋਰੀ ਕਰਕੇ ਫਰਾਰ ਹੋ ਗਿਆ। ਉਹਦਾ CCTV ਕੈਮਰੇ ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਹੈ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਡੇਂਗੂ ਦਾ ਕਹਿਰ ਵੱਧਦਾ ਜਾ ਰਿਹਾ ਹੈ। ਦਿਨ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ ਤੇ ਇੱਥੇ ਇਹ ਵੀ ਸੱਚ ਹੈ ਕਿ ਡੇਂਗੂ ਬਾਰੇ ਜਾਗਰੂਕ ਕਰਨ ਦੇ ਲਈ ਸਿਹਤ ਵਿਭਾਗ ਵੱਲੋਂ ਨਵੇਂ ਤਰੀਕੇ ਵੀ ਅਪਣਾਏ ਜਾ ਰਹੇ ਨੇ, ਪਰ ਫਿਰ ਵੀ ਲਾਪਰਵਾਹੀ ਦੇ ਚੱਲਦਿਆਂ ਡੇਂਗੂ ਦੇ ਮਾਮਲੇ ਵੱਧਦੇ ਹੀ ਜਾ ਰਹੇ ਨੇ। ਉਦੋਂ ਸਿਹਤ ਵਿਭਾਗ ਵੱਲੋਂ ਇੱਕ ਨਵੀਂ ਪਹਿਲ ਕੀਤੀ ਗਈ ਹੈ। ਸ਼ਾਰਟ ਫਿਲਮ ਤਿਆਰ ਕੀਤੀ ਗਈ ਹੈ ਡੇਂਗੂ ਦੇ ਉੱਤੇ। ਚੰਡੀਗੜ੍ਹ ਸਮੇਤ ਪੂਰੀ ਟ੍ਰਾਈ ਸਿਟੀ ਦੇ ਵਿੱਚ ਇਨੀ ਦਿਨੀ ਡੇਂਗੂ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਡੇਂਗੂ ਦੇ ਮਾਮਲੇ ਵਧਣ ਦਾ ਸਭ ਤੋਂ ਵੱਡਾ ਕਾਰਨ ਲੋਕਾਂ ਦੀ ਲਾਪਰਵਾਹੀ ਵੀ ਦੱਸਿਆ ਜਾ ਰਿਹਾ ਹੈ। ਹਾਲਾਂਕਿ ਡੇਂਗੂ ਦੀ ਰੋਕਥਾਮ ਲਈ ਸਿਹਤ ਮਹਿਕਮਾ ਵੀ ਲਗਾਤਾਰ ਯਤਨ ਕਰ ਰਿਹਾ ਹੈ, ਤਾਂ ਉੱਥੇ ਹੀ ਹੁਣ ਡੇਂਗੂ ਦੇ ਨਾਲ ਨਿਪਟਣ ਲਈ ਸ਼ਹਿਰ ਦੀਆਂ ਸੰਸਥਾਵਾਂ ਨੇ ਵੀ ਪਹਿਲ ਕੀਤੀ ਹੈ। ਡੇਂਗੂ ਪ੍ਰਕੋਪ ਨੂੰ ਰੋਕਣ ਲਈ ਜਿੱਥੇ ਜਾਗਰੂਕਤਾ शिविर चलाए जा रहे हैं, तो दूजे पासे शहर के समर्पण थिएटर ग्रुप ने एक शॉर्ट फिल्म बनाई है जो डेंगू प्रति लोगों को जागरूक करेगी। ते इस फिल्म का नाम स्टॉप डेंगू है जो रिलीज हो चुकी है।
ਇਹ ਇੱਕ ਸੋਸ਼ਲ ਅਵੇਅਰਨੈਸ ਫਿਲਮ ਹੈ ਜੋ ਕਿ ਤਕਰੀਬਨ 1.5 ਮਿੰਟ ਦੀ ਹੈ ਤੇ ਫਿਲਮ ਦੀ ਕਹਾਣੀ ਦੋ ਪਾਤਰਾਂ ਦੇ ਆਸ-ਪਾਸ ਘੁੰਮਦੀ ਹੈ। ਇਸ ਫਿਲਮ ਦੇ ਵਿੱਚ ਡੇਂਗੂ ਤੋਂ ਬਚਾਅ ਅਤੇ ਖੁਦ ਦੀ ਸੁਰੱਖਿਆ ਬਾਰੇ ਵਿਖਾਇਆ ਗਿਆ ਹੈ ਤੇ ਸ਼ਾਰਟ ਫਿਲਮ ਆਪਣੇ ਆਸ-ਪਾਸ ਸਫਾਈ ਰੱਖਣ ਦਾ ਸੁਨੇਹਾ ਦਿੰਦੀ ਹੈ ਤੇ ਇਸ ਵਿੱਚ ਵਿਖਾਇਆ ਗਿਆ ਹੈ ਕਿ ਅਸੀਂ ਆਪਣੇ ਆਸ-ਪਾਸ ਪਾਣੀ ਜਮ੍ਹਾਂ ਨਹੀਂ ਹੋਣ ਦੇਣਾ ਕਿਉਂਕਿ ਖੁੱਲੇ ਪਾਣੀ ਵਿੱਚ ਹੀ ਡੇਂਗੂ ਅਤੇ ਮਲੇਰੀਆ ਦੇ ਮੱਛਰ ਪੈਦਾ ਹੁੰਦੇ ਨੇ ਜਿਨ੍ਹਾਂ ਨਾਲ ਬਿਮਾਰੀਆਂ फैलदियां ने। देखिए, शॉर्ट फिल्म का जो टाइटल है उसका नाम है स्टॉप डेंगू। जैसे कि हम लोग जानते हैं कि आजकल डेंगू का बड़ा प्रकोप चारों तरफ फैल रहा है। हर तरफ हम देखते हैं कि जैसे कोविड की लहर से अभी हम लोग निकले हैं और लोग एटमॉस्फेयर के ऊपर काफ़ी फ़र्क है उस चीज़ का। तो उसके साथ साथ अभी ये डेंगू के बढ़ते हुए मामलों को देखते हुए हमने इस पर एक स्क्रिप्ट की और सोचा कि क्यों ना इसके ऊपर एक शॉर्ट फिल्म छोटी सी बना के जिसको इजीली हर आदमी अपने फ़ोन में व्हाट्सएप पे खोल के फटाफट से देख ले और शेयर भी करे ताकि लोगों तक मैसेज पहुंचे। तो इसमें हमने ये मैसेज दिया है इस फिल्म के अंदर। मैं तो ये कहूँगा कि अवेयरनेस भी है, फिर भी हम लोग करते नहीं हैं। अवेयरनेस होने के बावजूद भी हम लोग कहीं ना कहीं उसमें लापरवाही बरतते हैं, जबकि गवर्नमेंट टाइम टू टाइम हमको बता रही है कि हमने किस तरह से अपना लाइफस्टाइल है उसको कितना साफ़ सुथरा रखना है। तो अवेयरनेस की कॉल ही दी है हमने इस फिल्म के अंदर। एक रिकॉल किया है सारी चीज़ों को कि पानी खुला इकट्ठा ना हो, गंदगी ना हो, अपना सिर्फ अपना घर और आसपास नहीं, जहाँ पर हम लोग काम करते हैं, हमारे जो ऑफिसेज वगैरह हैं, चाहे किसी की शॉप है, तो उसका फ़र्ज बनता है कि वहाँ पर भी कोई गंदगी इकट्ठी ना हो। जी, ऐसा है कि घरों में या घर के बाहर भी कुछ ऐसे जैसे खड्डे हो जाते हैं, क्या बारिश का पानी जमा हो गया या कुछ पानी ऐसा निकल रहा है वो जमा हो गया है, तो उसमें ना जो पनप रहा है डेंगू का मच्छर, वो मच्छर फैला रहा है डेंगू को। और अगर हम चाहें तो उसको हम रोक सकते हैं, जैसे कोई डीज़ल या कोई ऐसी चीज़ ऑयल डाल दें जिससे वो उस पे बैठे ही ना। अगर वो बैठता है किसी पानी पे, बैठने के बाद वो पनपते हैं तो उसके बाद वो फैला देता है उसको, मतलब अंडे डाल देता है। तो अंडे से क्या होता है, फिर और मच्छर पनप जाते हैं उसमें। ਇਸ ਫਿਲਮ ਦੇ ਐਸੋਸੀਏਟ ਡਾਇਰੈਕਟਰ ਨੇ ਕੁਲਦੀਪ ਦੀਪ ਤਾਂ ਉੱਥੇ ਹੀ ਰਾਜੂ ਵੈਦ ਅਤੇ ਰਵੀ ਆਦੀਵਾਲ ਨੇ ਇਸ ਫਿਲਮ ਦੇ ਵਿੱਚ ਮੁੱਖ ਭੂਮਿਕਾਵਾਂ ਅਦਾ ਕੀਤੀਆਂ ਨੇ ਅਤੇ ਕੁੱਲ ਮਿਲਾ ਕੇ ਇਸ ਛੋਟੀ ਫਿਲਮ ਦੇ ਜ਼ਰੀਏ ਵੱਡਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਫਿਲਮ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਤੇ ਰਿਲੀਜ਼ ਕੀਤਾ ਜਾ ਚੁੱਕਿਆ ਹੈ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਬਹੁਤ ਸਾਰੀਆਂ ਬਿਮਾਰੀਆਂ ਨੇ ਜਿਨ੍ਹਾਂ ਦੇ ਬਾਰੇ ਵਿੱਚ ਸਾਨੂੰ ਜਾਣਕਾਰੀ ਹੈਗੀ ਹੈ ਤੇ ਉਸ ਤੋਂ ਬਚਣ ਦੇ ਤਰੀਕੇ ਵੀ ਸਾਨੂੰ ਪਤਾ ਹੈਗੇ ਨੇ, ਪਰ ਕਈ ਬਿਮਾਰੀਆਂ ਅਜਿਹੀਆਂ ਵੀ ਹੈਗੀਆਂ ਨੇ ਜਿਨ੍ਹਾਂ ਬਾਰੇ ਨਾ ਤਾਂ ਸਾਨੂੰ ਜਾਣਕਾਰੀ ਹੈਗੀ ਹੈ ਪੂਰੀ ਤੇ ਬਚਣ ਦੇ ਤਰੀਕਿਆਂ ਬਾਰੇ ਪਤਾ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ। ਤੇ ਇੱਕ ਡਾਕਟਰ ਵੱਲੋਂ ਹੁਣ ਸਾਨੂੰ ਇੱਕ ਅਜਿਹੀ ਬਿਮਾਰੀ ਦੇ ਬਾਰੇ ਵਿੱਚ ਦੱਸਿਆ ਗਿਆ ਹੈ ਜਿਸ ਦੇ ਬਹੁਤ ਸਾਰੇ ਮਰੀਜ਼ ਭਾਰਤ ਦੇ ਵਿੱਚ ਹੀ ਹਨ, ਪਰ ਇਸ ਦੇ ਬਾਰੇ ਵਿੱਚ ਜਾਣਕਾਰੀ ਬਹੁਤ ਘੱਟ ਹੈ। COPD ਇੱਕ ਅਜਿਹੀ ਬਿਮਾਰੀ ਹੈ ਜਿਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਪੂਰੇ ਦੇਸ਼ ਦੇ ਵਿੱਚ 4 ਕਰੋੜ ਲੋਕ ਇਸ ਬਿਮਾਰੀ ਨਾਲ ਪੀੜਿਤ ਹੁੰਦੇ ਨੇ ਤੇ 10 ਲੱਖ ਲੋਕ ਇਸ ਬਿਮਾਰੀ ਤੋਂ ਆਪਣੀ ਜਾਨ ਗਵਾ ਬੈਠਦੇ ਨੇ। COPD ਯਾਨੀ ਕਿ ਕ੍ਰੋਨਿਕ ਅਬਸਟ੍ਰਕਟਿਵ ਪਲਮੋਨਰੀ ਡਿਜ਼ੀਜ਼ ਕਹਿੰਦੇ ਨੇ। ਇਹ ਬਿਮਾਰੀ ਸਾਡੇ ਫੇਫੜਿਆਂ ਦੇ ਨਾਲ ਸੰਬੰਧਿਤ ਹੁੰਦੀ ਹੈ ਜਿਸ ਦੇ ਕਾਰਨ ਫੇਫੜੇ ਢੰਗ ਨਾਲ ਕੰਮ ਕਰਨਾ ਬੰਦ ਕਰ ਦਿੰਦੇ ਨੇ ਅਤੇ ਇਸ ਬਿਮਾਰੀ ਵਿੱਚ ਸਾਹ ਆਉਣਾ ਬੰਦ ਹੋ ਜਾਂਦਾ ਹੈ। ਇਸ ਬਾਰੇ ਸਾਡੇ ਮਾਹਰ ਡਾਕਟਰ ਇਸ ਬਿਮਾਰੀ ਦੇ ਮਾਹਰ ਡਾਕਟਰਾਂ ਦੇ ਮੁਤਾਬਿਕ ਬਿਮਾਰੀ ਦਾ ਮੁੱਖ ਕਾਰਨ ਅੱਜਕੱਲ ਵੱਧਦਾ ਹਵਾ ਦਾ ਪ੍ਰਦੂਸ਼ਣ ਵੀ ਹੈ ਜਿਸ ਕਾਰਨ ਅਜਿਹਾ ਹੋ ਰਿਹਾ ਹੈ। ਜਿਵੇਂ ਕਿ ਦਿੱਲੀ ਅਤੇ ਮੈਟਰੋਪੋਲੀਟਨ ਸ਼ਹਿਰਾਂ ਦੇ ਵਿੱਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਨੇ ਤੇ ਜਿੱਥੇ ਹਵਾ ਦਾ ਪ੍ਰਦੂਸ਼ਣ ਇਸ ਕਦਰ ਵੱਧ ਗਿਆ ਹੈ ਕਿ ਸਕੂਲ ਵੀ ਬੰਦ ਕਰਨੇ ਪਏ ਨੇ। ਇਸ ਦੇ ਨਾਲ ਹੀ ਪਰਾਲੀ ਤੇ ਜਲਾਉਣ ਨਾਲ ਵੀ ਹਵਾ ਪ੍ਰਦੂਸ਼ਿਤ ਹੋ ਰਹੀ ਹੈ ਜਿਸ ਕਾਰਨ 에ਅਰ ਕੁਆਲਿਟੀ ਇੰਡੈਕਸ ਕਾਫੀ ਖਰਾਬ ਹੁੰਦਾ ਜਾ ਰਿਹਾ ਹੈ। ਡਾਕਟਰਾਂ ਨੇ ਇਹ ਵੀ ਦੱਸਿਆ ਕਿ ਅਸਥਮਾ ਅਤੇ COPD ਦੋਵੇਂ ਵੱਖ-ਵੱਖ ਬਿਮਾਰੀਆਂ ਨੇ। ਜੇ ਇਸ ਬਿਮਾਰੀ ਬਾਰੇ ਸ਼ੁਰੂਆਤੀ ਲੱਛਣਾਂ ਦਾ ਪਤਾ ਲੱਗ ਜਾਵੇ ਤਾਂ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ख़ास तौर पर जो डेवलपिंग सोसाइटीज़ है उसमें पोल्यूशन की सबसे ज़्यादा प्रॉब्लम है, बिकॉज बीइंग अ डेवलपिंग सोसाइटी कंस्ट्रक्शन वर्क और जितना भी इंफ्रास्ट्रक्चर डेवलपमेंट होता है उसकी वजह से पोल्यूशन लेवल जो है वो काफ़ी हाई रहता है। और हमें पता है कि AQI इंडेक्स जो होता है वो काफ़ी ज़्यादा हाई है, ख़ास तौर पर जो हमारी मेट्रोपॉलिटन सिटीज़ हैं जैसे कि दिल्ली वगैरह। और बिकॉज
इस पोल्यूशन की वजह से एक परत सी जम जाती है जो वातावरण में, जिसकी वजह से सांस लेने में काफ़ी ज़्यादा दिक्कत आती है। और ख़ास तौर पर जैसे बच्चे हैं, हमारे छोटे बच्चे हैं, बहुत नाजुक रहते हैं, उनमें सांस की दिक्कत बहुत यंग एज में ही होनी शुरू हो जाती है। तो आप ये सोच सकते हैं कि अगर यंग एज में ही अगर हमारे लंग डैमेज हो जाएंगे तो आने वाले टाइम में वो बच्चे आगे जाके क्या करेंगे। सो नॉट ओनली लंग्स बट एट द सेम टाइम जो मेंटल डेवलपमेंट है, जो फिज़िकल डेवलपमेंट है, उस पर बहुत ज़्यादा असर पड़ता है। तो एट द सेम टाइम कुछ चीज़ें हैं जैसे पराली की बहुत ज़्यादा बातें होती हैं, तो हम सब पता है कि ये सारी की सारी जितनी भी हम पराली जो भी जलाते हैं उसकी वजह से वातावरण में बहुत ज़्यादा पोल्यूशन हो जाता है और इसकी वजह से काफ़ी ज़्यादा दिक्कत आ सकती है। सीओपीडी फेफड़े के साथ जुड़ी हुई एक बीमारी है जो कि बहुत धीरे धीरे करके पनपती है और ये लंग्स को नकारा करती है। अगर ये बीमारी लंग्स के अंदर है तो मरीज़ पूरी तरह से सांस नहीं ले सकता, शरीर के अंदर पूरी तरह से ऑक्सीजन का प्रवाह नहीं हो सकता। तो ऐसे मरीज़ों को सपोर्ट करने के लिए हमें लगातार दवाइयाँ देनी पड़ती हैं और कई बारी बाहर से ऑक्सीजन भी देनी पड़ती है। इस बीमारी के बारे में मैं ये बताना चाहता हूँ कि ये इंडिया के अंदर दूसरे या तीसरे स्थान पे आती है। अगर हम क्वांटिटी में बात करें, तकरीबन 3 से 4 करोड़ के करीब मरीज़ सीओपीडी के इंडिया के अंदर हैं और हर साल तकरीबन 10 लाख लोग सीओपीडी की बीमारी से ग्रस्त होकर अपनी जान गंवा देते हैं। ये इतनी इम्पॉर्टेंट बीमारी है। इस बीमारी के मुख्य कारण हैं पॉल्यूशन, स्मोकिंग और जो हम घर के अंदर चूल्हा स्मोकिंग करते हैं वो। तो जो भी धूल मिट्टी धुएं के साथ जुड़ी हुई प्रॉब्लम्स हैं, अगर हमारी लंग्स सालों साल इसके एक्सपोजर में आती है, उसकी वजह से लंग्स के अंदर सीओपीडी की बीमारी पनपना शुरू करती है और आगे बढ़ती है। ਡਾਕਟਰਾਂ ਦੇ ਮੁਤਾਬਿਕ ਸੀਓਪੀਡੀ ਰੋਗ ਕਈ ਸਾਲਾਂ ਤੱਕ ਬਗੈਰ ਲੱਛਣਾਂ ਤੋਂ ਵੀ ਰਹਿ ਸਕਦਾ ਹੈ ਤੇ ਜਦੋਂ ਇਹ ਰੋਗ ਜ਼ਿਆਦਾ ਵੱਧ ਜਾਂਦਾ ਹੈ ਉਸ ਸਮੇਂ ਸਾਨੂੰ ਇਸ ਦੇ ਲੱਛਣ ਵਿਖਾਈ ਦਿੰਦੇ ਨੇ। ਡਾਕਟਰਾਂ ਦੇ ਮੁਤਾਬਿਕ ਇਸ ਬਿਮਾਰੀ ਦਾ ਇੱਕ ਕਾਰਨ ਸਿਗਰਟ ਨੋਸ਼ੀ ਵੀ ਹੈ ਤੇ ਇਸ ਲਈ ਇਸ ਤੋਂ ਬਚਣਾ ਚਾਹੀਦਾ ਹੈ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋर्ट। रुख मौसम का कर लेने तो ठंड दिन ब दिन बढ़ती जा रही है क्योंकि नवंबर महीना हुण अपने अखीरले पड़ाव ते पहुंचता जा रहा है। तो अजिहे विच ठंड का वधना आम जही गल है। तापमान की जो गल की जाए तो अज वध तो वध तापमान 28.3 डिग्री सैल्सियस ते घट्टो घट्ट तापमान 10.5 डिग्री सैल्सियस दर्ज किया गया। तो अज दे इस बुलेटिन दे विच बस इन्ना ही, फिर होगी मुलाकात। सत श्री अकाल।